ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਉਸ ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ, ਸਦਾ ਹੀ ਕੁਰਬਾਨ ਜਾਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਵਿੱਚੋਂ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ। ਮਲਕਾ ਨੂਰ ਜਹਾਂ ਮੀਰੀ ਪੀਰੀ ਦੇ ਮਾਲਕ ਦੀ ਹਜ਼ੂਰੀ ਵਿੱਚ ਸੁਥਰੇ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਪ੍ਰਣਾਮ ਕੀਤੀ ਅਤੇ ਨਾਲ ਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਆਪ ਘਟ ਘਟ ਦੇ ਜਾਣਨਹਾਰ ਹੋ। ਆਪ ਦੀ ਹਜ਼ੂਰੀ ਵਿੱਚ ਜੋ ਵੀ ਆਉਣ ਦੀ ਅਭਿਲਾਖਾ ਕਰੇ, ਆਪ ਉਸ ਨੂੰ ਇਲਾਹੀ ਦਰਸ਼ਨਾਂ ਨਾਲ ਸਰਸ਼ਾਰ ਤੇ ਨਿਹਾਲ ਕਰਦੇ ਹੋ। ਕਸ਼ਮੀਰ ਬਾਰਾਮੂਲੇ ਦੀ ਮਾਈ ਭਾਗ ਭਰੀ ਨੇ ਆਪ ਜੀ ਦੇ ਦਰਸ਼ਨਾਂ ਦੀ ਲਾਲਸਾ ਕੀਤੀ। ਹਜ਼ੂਰ ਆਪ ਚੱਲ ਕੇ ਗਏ ਤੇ ਉਸ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ। ਮੇਰੇ ਸ਼ਹਿਨਸ਼ਾਹ ਜੀਓ, ਆਪ ਦੇ ਮਿੱਤਰ ਸ਼ਹਿਨਸ਼ਾਹ ਹਿੰਦ ਜਹਾਂਗੀਰ ਪਾਤਸ਼ਾਹ ਦੀ ਮਲਕਾ ਨੂਰ ਜਹਾਂ ਨੇ ਖਾਹਸ਼ ਜ਼ਾਹਰ ਕੀਤੀ ਹੈ ਕਿ ਉਹ ਪਰਸੋਂ ਸ਼ਾਮ ਨੂੰ ਆਪ ਦਾ ਨੂਰਾਨੀ ਦੀਦਾਰ ਕਰਕੇ ਆਪਣੀ ਆਤਮਾ ਨੂੰ ਠੰਡ ਪਾ ਸਕੇ। ਪਰ ਨਾਲ ਹੀ ਮਲਕਾ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਆਪ ਜੀ ਦੇ ਦਰਸ਼ਨ ਇਕਾਂਤ ਵਿੱਚ ਕਰਨਾ ਚਾਹੁੰਦੀ ਹੈ, ਜਿਸ ਵੇਲੇ ਆਪ ਦੀ ਹਜ਼ੂਰੀ ਵਿੱਚ ਕੋਈ ਵੀ ਸਿੱਖ ਸੇਵਕ ਨਾ ਹੋਵੇ। ਹੇ ਦਾਤਾਰ ਜੀਓ, ਬੇਨਤੀ ਹੈ ਕਿ ਆਪ ਮਲਕਾ ਨੂਰ ਜਹਾਨ ਦੀ ਲਾਲਸਾ ਪੂਰੀ ਕਰਕੇ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ। ਸੁਥਰੇ ਨੇ ਇਹ ਬਚਨ, ਸੁਥਰੇ ਦੇ ਬਚਨ ਸੁਣ ਕੇ ਮੇਰੀ ਪੀਰੀ ਦੇ ਮਾਲਕ ਮੁਸਕਰਾਏ ਅਤੇ ਕਹਿਣ ਲੱਗੇ, ਗੁਰੂ ਨਾਨਕ ਦਾ ਦਰ ਹਰ ਇੱਕ ਲਈ ਹਰ ਸਮੇਂ ਖੁੱਲ੍ਹਾ ਹੈ। ਜਦੋਂ ਵੀ ਕਿਸੇ ਦਾ ਦਿਲ ਕਰੇ, ਇਸ ਨਿਰੰਕਾਰੀ ਦਰਬਾਰ ਵਿੱਚ ਆ ਕੇ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਮਲਕਾ ਨੂਰ ਜਹਾਂ ਦੀ ਜੋ ਇਹ ਲਾਲਸਾ ਹੈ ਕਿ ਉਹ ਆਪਣੀਆਂ ਦਾਸੀਆਂ ਸਣੇ ਇਸ ਦਰਬਾਰ ਵਿੱਚ ਆਉਣਾ ਚਾਹੁੰਦੀ ਹੈ, ਇਸੇ ਤਰ੍ਹਾਂ ਉਹਨਾਂ ਦੀ ਇੱਛਾ ਅਨੁਸਾਰ ਹੀ ਪ੍ਰਬੰਧ ਕੀਤਾ ਜਾਵੇਗਾ। ਇਹ ਦਰ ਗਰੀਬਾਂ ਅਮੀਰਾਂ ਸਾਰਿਆਂ ਵਾਸਤੇ ਹਮੇਸ਼ਾ ਖੁੱਲ੍ਹਾ ਹੈ। ਜੋ ਨਿਰਮਾਣ ਹੋ ਕੇ ਆਉਂਦਾ ਹੈ, ਇਸ ਦਰ ਤੋਂ ਵਰਸਾਉਂਦਾ ਹੈ। ਜੋ ਹੰਕਾਰ ਵਿੱਚ ਆਉਂਦਾ ਹੈ, ਖਾਲੀ ਜਾਂਦਾ ਹੈ। ਮਲਕਾ ਨੂਰ ਜਹਾਂ ਲਈ ਦਰਸ਼ਨਾਂ ਲਈ ਖਾਸ ਪ੍ਰਬੰਧ ਕੀਤਾ ਜਾਵੇਗਾ। ਇਸ ਗੱਲੋਂ ਸ਼ਹਿਨਸ਼ਾਹ ਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ। ਸੁਥਰਾ ਸੱਚੇ ਪਾਤਸ਼ਾਹ ਜੀ ਦੇ ਪਿਆਰ ਭਰੇ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ। ਅਗਲੇ ਦਿਨ ਸ਼ਹਿਨਸ਼ਾਹ ਜਹਾਂਗੀਰ ਵੱਲੋਂ ਇੱਕ ਖਾਸ ਏਲਚੀ ਸਤਿਗੁਰਾਂ ਦੇ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਮਲਕਾ ਜ਼ਮਾਂ ਨੂਰ ਜਹਾਂ ਹਜ਼ੂਰ ਦਾ ਦੀਦਾਰ ਕਰਨਾ ਚਾਹੁੰਦੇ ਹਨ। ਉਹਨਾਂ ਦੀ ਖਾਹਸ਼ ਹੈ ਕਿ ਹਜ਼ੂਰ ਦੇ ਦਰਸ਼ਨ ਇਕਾਂਤ ਵਿੱਚ ਕੀਤੇ ਜਾਣ। ਇਸ ਲਈ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਹਜ਼ੂਰ ਦੀ ਹਜ਼ੂਰੀ ਵਿੱਚ ਉਸ ਸਮੇਂ ਕੋਈ ਵੀ ਨਾ ਹੋਵੇ। ਏਲਚੀ ਦੇ ਇਹ ਬਚਨ ਸੁਣ ਕੇ ਮੇਰੀ ਪੀਰੀ ਦੇ ਮਾਲਕ ਜੀ ਨੇ ਫਰਮਾਇਆ, ਸਾਡੀ ਵੱਲੋਂ ਮਲਕਾ ਜ਼ਮਾਂ ਅੱਗੇ ਬਿਨੈ ਕਰ ਦੇਣਾ ਕਿ ਗੁਰੂ ਨਾਨਕ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਪ ਦੀ ਇੱਛਾ ਅਨੁਸਾਰ ਹੀ ਪ੍ਰਬੰਧ ਕੀਤਾ ਜਾਵੇਗਾ। ਜਿਸ ਵੇਲੇ ਆਪ ਤਸ਼ਰੀਫ ਲਿਆਉਣਗੇ, ਉਸ ਵੇਲੇ ਸਾਡੇ ਤੋਂ ਸਿਵਾਏ ਸਾਡੇ ਕੋਲ ਹੋਰ ਕੋਈ ਵੀ ਨਹੀਂ ਹੋਵੇਗਾ। ਸਤਿਗੁਰਾਂ ਦੇ ਪਿਆਰ ਭਰੇ ਬਚਨ ਸੁਣ ਕੇ ਏਲਚੀ ਬੜਾ ਪ੍ਰਸੰਨ ਹੋਇਆ ਅਤੇ ਉਸਨੇ ਸ਼ਹਿਨਸ਼ਾਹ ਜਹਾਂਗੀਰ ਅੱਗੇ ਸਾਰਾ ਹਾਲ ਕਹਿ ਸੁਣਾਇਆ।
ਅਗਲੇ ਦਿਨ ਮਲਕਾ ਨੂਰ ਜਹਾਂ ਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਦਾ ਖਾਸ ਪ੍ਰਬੰਧ ਕੀਤਾ ਗਿਆ। ਸ਼ਹਿਨਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਲਾਹੀ ਤਖਤ ਬੜੀ ਸ਼ਾਨ ਸ਼ੌਕਤ ਨਾਲ ਸਜਾਇਆ ਗਿਆ। ਆਸੇ ਪਾਸੇ ਬੜੀਆਂ ਸੁੰਦਰ ਕਨਾਤਾਂ ਤੇ ਸ਼ੋਲਦਾਰੀਆਂ ਲਗਾਈਆਂ ਗਈਆਂ। ਹਿੰਦੁਸਤਾਨ ਦੀ ਮਲਕਾ ਦੇ ਸਵਾਗਤ ਲਈ ਖਾਸ ਤੌਰ 'ਤੇ ਸਜਾਵਟ ਕੀਤੀ ਗਈ। ਮਲਕਾ ਨੂਰ ਜਹਾਂ ਨੇ ਆਪ ਲਿਖਿਆ ਹੈ ਕਿ ਨਾਨਕ ਗੁਰੂ ਦੇ ਨੂਰਾਨੀ ਤਖਤ ਦੇ 6ਵੇਂ ਗੱਦੀ ਨਸ਼ੀਨ ਗੁਰੂ ਹਰਗੋਬਿੰਦ ਜੀ ਦੇ ਦੀਦਾਰ ਦੀ ਖਿੱਚ ਵਿੱਚ ਮੈਂ ਉਸ ਦਿਨ ਹੀਰੇ ਜਵਾਹਰਾਤਾਂ ਨਾਲ ਇਸ ਤਰ੍ਹਾਂ ਸ਼ਿੰਗਾਰ ਕੀਤਾ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸ਼ਿੰਗਾਰ ਮੈਂ ਕਦੀ ਵੀ ਨਹੀਂ ਸੀ ਕੀਤਾ। ਇਸ ਦਿਨ ਮੈਂ 2 ਦਾਸੀਆਂ ਆਪਣੇ ਨਾਲ ਲਈਆਂ ਜਿਨ੍ਹਾਂ ਨੇ ਹੀਰੇ ਜਵਾਹਰਾਤਾਂ ਦੇ ਥਾਲ ਚੁੱਕੇ ਹੋਏ ਸਨ। ਅੱਗੇ ਅੱਗੇ ਅਸੀਂ ਜਾ ਰਹੇ ਸਾਂ ਅਤੇ ਮਗਰ ਮਗਰ ਉਹ ਦਾਸੀਆਂ ਸਨ। ਸਤਿਗੁਰਾਂ ਦੇ ਦਰਬਾਰ ਵਿੱਚ ਸਾਡੇ ਸਵਾਗਤ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਅਸਾਂ ਦੂਰੋਂ ਹੀ ਉਸ ਪੁਰ ਜਲਾਲ ਨੂਰਾਨੀ ਮੁਖੜੇ ਦੀ ਸ਼ਾਨ ਦੇਖੀ ਅਤੇ ਉਹਨਾਂ ਤੋਂ ਅਜੇ 100 ਗਜ਼ ਦੀ ਦੂਰੀ 'ਤੇ ਹੀ ਸਾਂ ਕਿ ਉਹ ਨੂਰੀ ਪ੍ਰੀਤਮ ਜੀ ਸਾਨੂੰ ਦੇਖ ਕੇ ਆਪਣੇ ਤਖਤ ਤੋਂ ਉਤਰ ਕੇ ਖੜੇ ਹੋ ਗਏ। ਅਸਾਂ ਦਾਸੀਆਂ ਨੂੰ ਉੱਥੇ ਰੋਕ ਦਿੱਤਾ, ਪਰ ਸਤਿਗੁਰਾਂ ਦਾ ਇਸ਼ਾਰਾ ਪਾ ਕੇ ਅਸੀਂ ਆਪ ਉਹਨਾਂ ਵੱਲ ਅੱਗੇ ਵਧੇ। ਸਾਡੇ ਹੱਥ ਵਿੱਚ ਹੀਰੇ ਜਵਾਹਰਾਤਾਂ ਦੇ ਥਾਲ ਸਨ ਜੋ ਅਸੀਂ ਇੱਕ ਇੱਕ ਕਰਕੇ ਦਾਸੀਆਂ ਦੇ ਹੱਥੋਂ ਫੜ ਕੇ ਅਰਸ਼ੀ ਪ੍ਰੀਤਮ ਜੀ ਦੀ ਹਜ਼ੂਰੀ ਵਿੱਚ ਪਈ ਇੱਕ ਤ੍ਰਿਪਾਈ ਉੱਤੇ ਰੱਖ ਦਿੱਤੇ। ਸਾਡਾ ਸ਼ਹਿਨਸ਼ਾਹੀ ਲਿਬਾਸ ਹੀਰੇ ਜਵਾਹਰਾਤਾਂ ਦੇ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਅੱਲਾ ਤੁਆਲਾ ਦਾ ਬਖਸ਼ਿਆ ਹੁਸਨ ਜਿਸ ਉੱਤੇ ਸ਼ਾਹਜ਼ਾਦਾ ਸਲੀਮ ਜਹਾਂਗੀਰ ਬਾਦਸ਼ਾਹ ਨੇ ਤਖਤ ਬਹਿਣ ਤੋਂ ਪਹਿਲਾਂ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਸੀ ਅਤੇ ਸਾਡੀ ਇੱਕ ਇੱਕ ਅਦਾ ਉੱਤੇ ਉਹ 100 ਜਾਨ ਕੁਰਬਾਨ ਕਰਦੇ ਸਨ। ਜਿਸ ਹੁਸਨ ਦੀ ਪ੍ਰਾਪਤੀ ਲਈ ਉਹਨਾਂ ਨੇ ਤਖਤ ਉੱਤੇ ਬਹਿੰਦਿਆਂ ਹੀ ਮੇਰੇ ਪਹਿਲੇ ਪਤੀ ਸ਼ੇਰ ਅਫਗਨ ਨੂੰ ਮਰਵਾ ਕੇ ਮੈਨੂੰ ਪ੍ਰਾਪਤ ਕਰ ਲਿਆ ਸੀ। ਅੱਜ ਪਹਿਲੀ ਵਾਰ ਉਹ ਹੁਸਨ ਇਸ ਅਨੋਖੇ ਸ਼ਿੰਗਾਰ ਨਾਲ ਇਸ ਤਰ੍ਹਾਂ ਜਗਮਗਾ ਰਹੀ ਸੀ ਕਿ ਹਰ ਜਵਾਂ ਮਰਦ ਇਸ ਦੀ ਝਾਲ ਝੱਲਣ ਤੋਂ ਅਸਮਰੱਥ ਸੀ। ਅਸਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਦਾਸੀਆਂ ਨੂੰ ਇਸ਼ਾਰਾ ਕੀਤਾ ਕਿ ਉਹ ਵਾਪਸ ਚਲੀਆਂ ਜਾਣ। ਦੋਵੇਂ ਦਾਸੀਆਂ ਸਾਡਾ ਇਸ਼ਾਰਾ ਪਾ ਕੇ ਉਸ ਅੱਲਾ ਦੀ ਦਰਗਾਹ ਦੇ ਫਰਿਸ਼ਤੇ ਅੱਗੇ ਸਜਦਾ ਨਮਸਕਾਰ ਕਰਕੇ ਪਿਛਲੇ ਪੈਰੀਂ ਵਾਪਸ ਮੁੜ ਗਈਆਂ। ਹੁਣ ਅਸੀਂ ਆਪਣੀ ਸ਼ਾਹਾਨਾ ਸ਼ਾਨ ਅਤੇ ਇੱਕ ਗਜ਼ਬ ਢਾਉਣ ਵਾਲੇ ਸ਼ਿੰਗਾਰ ਵਿੱਚ ਬਨ ਠਣ ਕੇ ਉਸ ਇਲਾਹੀ ਜੋਤ ਦੀ ਹਜ਼ੂਰੀ ਵਿੱਚ ਇਕੱਠੇ ਸਾਂ। ਦਾਸੀਆਂ ਦੇ ਚਲੇ ਜਾਣ ਮਗਰੋਂ ਹਰਗੋਬਿੰਦ ਜੀ ਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਕਿਹਾ, ਮਾਤਾ ਜੀ, ਅਸੀਂ ਆਪ ਨੂੰ ਬਸਰੋ ਚਸ਼ਮ ਸਿਰ ਅੱਖਾਂ ਨਾਲ ਜੀ ਆਇਆਂ ਕਹਿੰਦੇ ਹਾਂ। ਇੰਨੇ ਸ਼ਬਦ ਕਹਿ ਕੇ ਉਹਨਾਂ ਨੇ ਸਾਨੂੰ ਇੱਕ ਸ਼ਾਨਦਾਰ ਮਖਮਲੀ ਤਖਤਪੁਰ ਬੈਠ ਜਾਣ ਲਈ ਕਿਹਾ। ਅਸੀਂ ਤੁਹਾਡੇ ਮਾਤਾ ਜੀ ਕਿਸ ਤਰ੍ਹਾਂ ਹੋਏ? ਤੁਹਾਡੇ ਦੋਸਤ ਸ਼ਹਿਨਸ਼ਾਹ ਹਿੰਦ ਜਹਾਂਗੀਰ ਦੀ ਮਲਕਾ ਹਾਂ। ਇਸ ਰਿਸ਼ਤੇ ਨਾਲ ਹੀ ਤੁਸੀਂ ਸਾਨੂੰ ਭਰਜਾਈ ਕਹਿ ਸਕਦੇ ਹੋ। ਸਾਡਾ ਤੁਹਾਡਾ ਕੋਈ ਹੋਰ ਰਿਸ਼ਤਾ ਨਹੀਂ ਬਣ ਸਕਦਾ। ਅਸੀਂ ਉਸ ਨੂਰੀ ਪ੍ਰੀਤਮ ਨੂੰ ਬੜੀ ਨਿਮਰਤਾ ਨਾਲ ਕਿਹਾ ਅਤੇ ਨਾਲ ਹੀ ਅਰਜ਼ ਕੀਤੀ, ਹਜ਼ੂਰ ਜ਼ਰਾ ਆਪਣੀ ਉਮਰ ਅਤੇ ਸਾਡੀ ਉਮਰ ਵੱਲ ਖਿਆਲ ਕਰੋ। ਅਸੀਂ ਹਮ ਉਮਰ ਹਾਂ ਜਾਂ ਵੱਧ ਤੋਂ ਵੱਧ 2-3 ਸਾਲਾਂ ਦਾ ਫਰਕ ਹੋ ਸਕਦਾ ਹੈ। ਆਪ ਨੇ ਸਾਨੂੰ ਮਾਤਾ ਜੀ ਕਹਿ ਕੇ ਸਾਡੇ ਹੁਸਨ ਤੇ ਜਵਾਨੀ ਦੀ ਨਰਾਦਰੀ ਕੀਤੀ ਹੈ। ਸਾਡਾ ਕਿਸੇ ਦੀ ਨਰਾਦਰੀ ਕਰਨ ਦਾ ਕਦੀ ਵੀ ਕੋਈ ਇਰਾਦਾ ਨਹੀਂ ਹੋਇਆ ਅਤੇ ਨਾ ਹੀ ਕਦੀ ਇਸ ਤਰ੍ਹਾਂ ਦਾ ਇਰਾਦਾ ਹੋ ਸਕਦਾ ਹੈ। ਇਹ ਨਿਰੰਕਾਰੀ ਸਤਿਗੁਰੂ ਨਾਨਕ ਬਾਬਾ ਦਾ ਦਰਬਾਰ ਹੈ ਜਿਨ੍ਹਾਂ ਨੂੰ ਸਾਰਾ ਜਹਾਨ ਵਲੀ ਅੱਲਾ ਕਹਿ ਕੇ ਪੁਕਾਰਦਾ ਹੈ। ਇਸ ਦਰਬਾਰ ਵਿੱਚ ਕੋਈ ਵੀ ਆਵੇ ਉਸ ਨੂੰ ਪਿਆਰ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਸਕੂਨ ਕਲਬ ਜਾਂ ਸ਼ਾਂਤੀ ਮਿਲਦੀ ਹੈ। ਇਹ ਸ਼ਹਿਨਸ਼ਾਹੀ ਦਰਬਾਰ ਵਿੱਚ ਅਮੀਰਾਂ ਗਰੀਬਾਂ ਸਾਰਿਆਂ ਨੂੰ
ਇੱਕੋ ਜਿਹਾ ਦੇਖਿਆ ਜਾਂਦਾ ਹੈ। ਸੋ ਅਸੀਂ ਆਪਣੇ ਦੇਸ਼ ਦੀ ਮਲਕਾ ਨੂਰ ਜਹਾਂ ਨੂੰ 3 ਤਰ੍ਹਾਂ ਨਾਲ ਅਦਬ ਤੇ ਸਤਿਕਾਰ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿਕਾਰ ਇਸ ਲਈ ਹੈ ਕਿ ਆਪ ਪੈਦਲ ਚੱਲ ਕੇ ਵਲੀ ਅੱਲਾ ਬਾਬਾ ਨਾਨਕ ਦੇ ਦਰਬਾਰ ਵਿੱਚ ਉਸ ਤਰ੍ਹਾਂ ਆਏ ਹੋ ਜਿਸ ਤਰ੍ਹਾਂ ਸ਼ਹਿਨਸ਼ਾਹ ਅਕਬਰ ਔਲਾਦ ਦੀ ਖਾਹਿਸ਼ ਨਾਲ ਖਵਾਜਾ ਸਾਹਿਬ ਦੇ ਦਰਬਾਰ ਅਜਮੇਰ ਸ਼ਰੀਫ 'ਚ ਪੈਦਲ ਗਏ ਸਨ। ਦੂਸਰਾ ਸਤਿਕਾਰ ਇਸ ਲਈ ਹੈ ਜਿਸ ਤਰ੍ਹਾਂ ਕਿ ਆਪ ਨੇ ਫਰਮਾਇਆ ਹੈ ਕਿ ਆਪ ਮੇਰੇ ਦੋਸਤ ਜਹਾਂਗੀਰ ਬਾਦਸ਼ਾਹ ਦੀ ਪਿਆਰੀ ਮਲਕਾ ਹੋ। ਤੀਸਰਾ ਸਤਿਕਾਰ ਇਸ ਲਈ ਹੈ ਕਿ ਬਾਦਸ਼ਾਹ ਦੇਸ਼ ਦਾ ਪਿਤਾ ਸਮਝਿਆ ਜਾਂਦਾ ਹੈ ਅਤੇ ਉਸ ਦੀ ਮਲਕਾ ਦੇਸ਼ ਦੀ ਮਾਂ ਹੁੰਦੀ ਹੈ। ਇਸ ਲਈ ਆਪ ਦੀ ਪਰਜਾ ਹੋਣ ਦੇ ਨਾਤੇ ਤੁਸੀਂ ਸਾਡੇ ਮਾਤਾ ਜੀ ਹੋ। ਇਸ ਪਿਆਰ ਦੇ ਰੂਹਾਨੀ ਰਿਸ਼ਤੇ ਵਿੱਚ ਉਮਰਾਂ ਵੱਲ ਨਹੀਂ ਦੇਖਿਆ ਜਾ ਸਕਦਾ, ਸਗੋਂ ਦਿਲੀ ਪਿਆਰ ਤੇ ਸਤਿਕਾਰ ਨੂੰ ਸਾਹਮਣੇ ਰੱਖਿਆ ਜਾਂਦਾ ਹੈ। ਇਹ ਸ਼ਬਦ ਉਸ ਨੂਰੀ ਪ੍ਰੀਤਮ ਜੀ ਨੇ ਬੜੇ ਪਿਆਰ ਭਰੇ ਤੇ ਮਿੱਠੇ ਲਹਿਜੇ ਵਿੱਚ ਕਹੇ ਅਤੇ ਇਹ ਸ਼ਬਦ ਕਹਿੰਦਿਆਂ ਹੀ ਆਪਣੀਆਂ ਹੁਸੀਨ ਤੇ ਨਸ਼ੀਲੀਆਂ ਅੱਖਾਂ ਕਿਸੇ ਸਰੂਰ ਤੇ ਪਿਆਰ ਤੇ ਰੰਗ ਵਿੱਚ ਬੰਦ ਕਰਕੇ ਖੜੇ ਹੋ ਗਏ। ਅਸੀਂ ਅਰਜ਼ ਕੀਤੀ, ਦੀਨ ਦੁਨੀ ਦੇ ਸ਼ਹਿਨਸ਼ਾਹ, ਅਸੀਂ ਆਪ ਦਾ ਇਲਾਹੀ ਦੀਦਾਰ ਕਰ ਆਏ ਹਾਂ। ਅਸੀਂ ਆਪ ਜੀ ਦਾ ਇਲਾਹੀ ਦੀਦਾਰ ਕਰਨ ਆਏ ਹਾਂ। ਤੁਸੀਂ ਇਸ ਤਰ੍ਹਾਂ ਆਪਣੀਆਂ ਨੂਰਾਨੀ ਅੱਖਾਂ ਬੰਦ ਕਰਕੇ ਆਪਣੇ ਹੀ ਰੰਗ ਵਿੱਚ ਮਸਤ ਹੋ। ਰਤਾ ਇਸ ਇਲਾਹੀ ਜੋਤ ਦਾ ਪ੍ਰਕਾਸ਼ ਇਸ ਪਾਸੇ ਵੀ ਪਾਓ ਤਾਂ ਜੋ ਸਾਡੇ ਮਨ ਦਾ ਹਨੇਰਾ ਵੀ ਦੂਰ ਹੋਵੇ। ਰਤਾ ਆਪਣੇ ਇਹ ਨਸ਼ੀਲੇ ਨੈਣ ਖੋਲ੍ਹ ਕੇ ਦੇਖੋ। ਆਪ ਦੀ ਹਜ਼ੂਰੀ ਵਿੱਚ ਅੱਜ ਉਹ ਹੁਸਨ ਆਪ ਚੱਲ ਕੇ ਆਇਆ ਹੈ ਜਿਸ ਹੁਸਨ ਨੇ ਕਈਆਂ ਨੂੰ ਨਸ਼ਿਆਇਆ ਅਤੇ ਕਈਆਂ ਨੂੰ ਘਾਇਲ ਕੀਤਾ ਹੈ। ਅਸੀਂ ਹਜ਼ੂਰ ਨਾਲ ਕੋਈ ਦਿਲ ਦੀਆਂ ਗੱਲਾਂ ਕਰਨ ਤੇ ਇਲਾਹੀ ਗਿਆਨ ਹਾਸਲ ਕਰਨ ਆਏ ਹਾਂ, ਪਰ ਤੁਸੀਂ ਇਸ ਰੰਗ ਵਿੱਚ ਮਗਨ ਖੜੇ ਹੋ। ਆਓ ਆਪਣੇ ਤਖਤ 'ਤੇ ਤਸ਼ਰੀਫ ਰੱਖੋ ਤੇ ਆਪਣੇ ਮਿੱਠੇ ਤੇ ਰਸੀਲੇ ਬਚਨਾਂ ਨਾਲ ਸਾਡੇ ਹਿਰਦੇ ਨੂੰ ਸਰਸ਼ਾਰ ਕਰੋ। ਸਾਡੇ ਇਹੋ ਜਿਹੇ ਕਟਾਕਸ਼ ਭਰੇ ਬਚਨ ਸੁਣ ਕੇ ਹਜ਼ੂਰ ਫਰਮਾਏ, ਮੁਸਕਰਾਏ ਅਤੇ ਬਚਨ ਕੀਤਾ ਕਿ ਆਪ ਨੇ ਵਲੀ ਅੱਲਾ ਬਾਬਾ ਫਰੀਦ ਜੀ ਦਾ ਨਾਂ ਸੁਣਿਆ ਹੈ? ਕਿਉਂ ਨਹੀਂ। ਉਹ ਹਿੰਦ ਦੇ ਪੀਰਾਂ ਵਿੱਚੋਂ ਇੱਕ ਬੜੇ ਭਾਰੇ ਬਜ਼ੁਰਗ ਹੋਏ ਹਨ ਜਿਨ੍ਹਾਂ ਨੇ ਆਪਣੇ ਜ਼ੁਹਦ ਦੇ ਤਪ ਕਰਕੇ ਕੁਤਬ ਦੀ ਪਦਵੀ ਪ੍ਰਾਪਤ ਕੀਤੀ। ਹਿੰਦ ਦੇ ਮੁਸਲਮਾਨ ਕੀ ਹਿੰਦੂ ਵੀ ਉਹਨਾਂ ਦਾ ਸਤਿਕਾਰ ਕਰਦੇ ਹਨ। ਹਜ਼ੂਰ ਮੁਸਕਰਾਏ ਅਤੇ ਫਰਮਾਇਆ, ਕੀ ਹਿੰਦ ਦੀ ਮਲਕਾ ਨੇ ਉਹਨਾਂ ਦਾ ਕਲਾਮ, ਉਹਨਾਂ ਦਾ ਬਚਨ ਸੁਣਿਆ ਹੈ? ਨਹੀਂ, ਸਾਨੂੰ ਉਹਨਾਂ ਦਾ ਕਲਾਮ ਸੁਣਨ ਦਾ ਮੌਕਾ ਹੀ ਨਹੀਂ ਮਿਲਿਆ। ਅਸੀਂ ਉਹਨਾਂ ਅੱਗੇ ਅਰਜ਼ ਕੀਤੀ ਅਤੇ ਹਜ਼ੂਰ ਨੇ ਫਰਮਾਇਆ, ਸੁਣੋ। ਆਪ ਨੇ ਫਰਮਾਇਆ ਕਿ ਵਲੀ ਅੱਲਾ ਬਾਬਾ ਫਰੀਦੋ ਦੀਨ ਜੀ ਦਾ ਕਲਾਮ ਇਸ ਤਰ੍ਹਾਂ ਹੈ, ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ, ਕਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਠ। ਇਹ ਸੁਣ ਕੇ ਅਸੀਂ ਅਰਜ਼ ਕੀਤੀ ਕਿ ਇਸ ਦਾ ਮਤਲਬ ਹਜ਼ੂਰ ਫਿਰ ਮੁਸਕਰਾਏ ਅਤੇ ਫਰਮਾਉਣ ਲੱਗੇ ਕਿ ਬਾਬਾ ਜੀ ਨੇ ਕਿਹਾ ਸੀ ਕਿ ਉਹ ਹੁਸੀਨ ਅੱਖਾਂ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਦਿਲ ਮੋਹ ਲਿਆ ਹੋਇਆ ਸੀ, ਆਖਰ ਅਸੀਂ ਉਹਨਾਂ ਸੋਹਣੀਆਂ ਤੇ ਨਸ਼ੀਲੀਆਂ ਅੱਖਾਂ ਦਾ ਹਸ਼ਰ ਇਸ ਤਰ੍ਹਾਂ ਹੁੰਦਾ ਦੇਖਿਆ ਕਿ ਜਦੋਂ ਉਹ ਮੁਟਿਆਰ ਮੌਤ ਦੀ ਗੋਦ ਵਿੱਚ ਲੇਟ ਗਈ, ਉਹ ਨਸ਼ੀਲੀਆਂ ਤੇ ਹੁਸੀਨ ਅੱਖਾਂ ਜਿਨ੍ਹਾਂ ਵਿੱਚ ਕੱਜਲ ਦੀਆਂ ਸਲਾਈਆਂ ਵੀ ਰੜਕਦੀਆਂ ਸਨ, ਉਸ ਹੁਸੀਨਾ ਦੀ ਖੋਪਰੀ ਰੁਲਦੀ ਦੇਖੀ ਗਈ ਤੇ ਉਸ ਵਿੱਚ ਪੰਛੀਆਂ ਦੇ ਬੱਚੇ ਬੈਠੇ ਦੇਖੇ ਗਏ। ਹਜ਼ੂਰ ਨੇ ਜੋ ਫਰਮਾਇਆ ਹੈ ਠੀਕ ਹੈ। ਕੱਲ ਦਾ ਪਤਾ ਨਹੀਂ ਕਿ ਕੀ ਹੋ ਜਾਵੇ। ਅਸੀਂ ਅਰਜ਼ ਕੀਤੀ ਕਿ ਦੁਨੀਆ ਵਾਲੇ ਇਸ ਹੁਸਨ ਬਦਲੇ
ਜਾਨਾਂ ਵਾਰ ਦਿੰਦੇ ਹਨ, ਕਈਆਂ ਦੇ ਕਤਲ ਹੋ ਜਾਂਦੇ ਹਨ। ਪਰ ਅੱਲਾ ਦੇ ਬੰਦੇ ਇਸ ਹੁਸਨ ਦਾ ਅਖੀਰ ਇਸ ਤਰ੍ਹਾਂ ਦੱਸਦੇ ਹਨ। ਇਹ ਕਿਉਂ? ਹਜ਼ੂਰ ਨੇ ਫਰਮਾਇਆ ਕਿ ਦੁਨੀਆ ਦੇ ਸਿਰਜਣਹਾਰ ਦਾ ਇਹ ਇੱਕ ਕ੍ਰਿਸ਼ਮਾ ਹੈ। ਉਸ ਨੇ ਸਾਰਾ ਜਹਾਨ ਆਪਣੇ ਨੂਰ ਤੋਂ ਪੈਦਾ ਕੀਤਾ ਹੈ। ਦੁਨੀਆਦਾਰਾਂ ਨੇ ਉਸ ਸਿਰਜਣਹਾਰੇ ਦੇ ਨੂਰ ਤੋਂ ਪੈਦਾ ਕੀਤਾ ਹੁਸਨ ਹੀ ਦੇਖਿਆ ਹੈ। ਜਿਸ ਦੇ ਨੂਰ ਤੋਂ ਇਹ ਦੁਨਿਆਵੀ ਹੁਸਨ ਪੈਦਾ ਹੋਇਆ ਹੈ, ਉਸ ਦਾ ਹੁਸਨ ਕਿਸੇ ਵੀ ਦੁਨੀਆਦਾਰਾਂ ਨੇ ਨਹੀਂ ਦੇਖਿਆ ਹੁੰਦਾ। ਪਰ ਅੱਲਾ ਦੇ ਬੰਦੇ ਉਸ ਦਾ ਹੁਸਨ ਦੇਖਦੇ ਤੇ ਉਸ ਦਾ ਜਲਵਾ ਪ੍ਰਾਪਤ ਕਰਕੇ ਮਸਤ ਰਹਿੰਦੇ ਨੇ। ਜਿਸ ਨੇ ਗੈਸ ਬਲਦਾ ਦੇਖਿਆ ਹੈ, ਉਹ ਦੀਵੇ ਦੀ ਰੌਸ਼ਨੀ ਕਿਉਂ ਦੇਖੇ? ਜਾਂ ਦੀਵੇ ਦੀ ਰੌਸ਼ਨੀ ਵੱਲ ਦੇਖ ਕੇ ਕਿਉਂ ਹੈਰਾਨ ਹੋਵੇ? ਇੱਕ ਸ਼ਾਇਰ ਨੇ ਅੱਲਾ ਦਾ ਨੂਰ ਦੇਖ ਕੇ ਇਸ ਤਰ੍ਹਾਂ ਕਿਹਾ ਹੈ, ਹੁਸੀਨਾ ਦੇ ਹੁਸਨ ਨੂੰ ਦੇਖ ਕੇ ਇਹ ਦਿਲ ਕਿਵੇਂ ਤੜਪੇ ਕਿ ਜ਼ਰਰੇ ਖਾਕ ਦੇ ਨੇ ਉਸ ਨੇ ਕੋਹੇ ਤੂਰ ਕਰ ਦਿਆ। ਜਿਸ ਨੇ ਸੋ ਜਹਾਨ ਦੇ ਮਾਲਕ ਦਾ ਨੂਰਾਨੀ ਜਲਵਾ ਦੇਖ ਲਿਆ ਹੈ, ਉਹ ਦੁਨਿਆਵੀ ਹੁਸਨ, ਸੰਸਾਰਕ ਸੁੰਦਰਤਾ ਜਾਂ ਜਹਾਨ ਦੀ ਕੋਈ ਵਸਤੂ ਨਹੀਂ ਉਸ ਨੂੰ ਲਲਚਾ ਸਕਦੀ। ਤੁਸੀਂ ਆਪ ਬੜੇ ਆਲਮ ਹੋ, ਪਰ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇਲਾਹੀ ਨੂਰ ਦੇ ਪ੍ਰਕਾਸ਼ ਦਾ ਜਲਵਾ ਕੀ ਚੀਜ਼ ਹੈ ਅਤੇ ਦੁਨਿਆਵੀ ਹੁਸਨ ਦਾ ਸ਼ਿੰਗਾਰ ਕੀ ਚੀਜ਼ ਹੈ। ਮਲਕਾ ਨੂਰ ਜਹਾਂ ਸੋਚ ਵਿੱਚ ਪੈ ਗਈ ਅਤੇ ਉਸਨੇ ਕਲਗੀਆਂ ਵਾਲੇ ਪ੍ਰੀਤਮ ਦੇ ਨੂਰਾਨੀ ਚਿਹਰੇ ਵਿੱਚੋਂ ਇਲਾਹੀ ਨੂਰ ਦਾ ਜਲਵਾ ਪ੍ਰਤੀਤ ਹੋਇਆ। ਉਸ ਦਾ ਹਿਰਦਾ ਨਿਰਮਲ ਜਲ ਧਾਰਾ ਵਾਂਗ ਸਤਿਗੁਰਾਂ ਦੇ ਚਰਨਾਂ ਵੱਲ ਵਹਿ ਤੁਰਿਆ। ਅੰਤ ਸੋਚ ਸੋਚ ਕੇ ਉਹ ਇੱਕ ਵਾਰ ਫੇਰ ਬੋਲੀ, ਮਹਾਰਾਜ ਆਪ ਨੇ ਜੋ ਫਰਮਾਇਆ ਹੈ ਸਭ ਠੀਕ ਹੈ। ਜਿਹੜੇ ਰੱਬੀ ਇਸ਼ਕ ਵਿੱਚ ਰੰਗੇ ਗਏ ਹੋਣ, ਉਹਨਾਂ ਨੂੰ ਦੁਨਿਆਵੀ ਪਿਆਰ ਨਾਸਵੰਤ ਲੱਗਦਾ ਹੈ। ਉਹ ਦੁਨੀਆ ਦੇ ਹਰ ਇਨਸਾਨ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਤਾਂ ਕਰਦੇ ਹਨ, ਪਰ ਉਹਨਾਂ ਦੇ ਹਿਰਦੇ ਦੀ ਤਾਰ ਆਪਣੇ ਪ੍ਰੀਤਮ ਨਾਲ ਹੀ ਜੁੜੀ ਰਹਿੰਦੀ ਹੈ। ਮਗਰ ਆਪ ਨੇ ਮੈਨੂੰ ਮਾਤਾ ਜੀ ਕਹਿ ਕੇ ਪੁਕਾਰਿਆ ਹੈ। ਮੈਂ ਆਪ ਦੀ ਹਮ ਉਮਰ ਹਾਂ, ਆਪ ਦੇ ਦੋਸਤ ਦੀ ਔਰਤ ਹਾਂ। ਸਾਡਾ ਰਿਸ਼ਤਾ ਇੱਕ ਦੇਵਰ ਤੇ ਭਰਜਾਈ ਵਾਲਾ ਹੋ ਸਕਦਾ ਹੈ। ਆਪ ਨੇ ਇਹ ਨਵਾਂ ਰਿਸ਼ਤਾ ਕਿਸ ਖਿਆਲ ਨਾਲ ਕਾਇਮ ਕਰਨ ਦਾ ਵਾਅਦਾ ਕੀਤਾ ਹੈ? ਸਾਹਿਬ ਮੁਸਕਰਾਏ ਅਤੇ ਫੇਰ ਫਰਮਾਇਆ, ਅਸੀਂ ਪਹਿਲੇ ਵੀ ਅਰਜ਼ ਕਰ ਚੁੱਕੇ ਹਾਂ ਕਿ ਇਹ ਦੁਨਿਆਵੀ ਰਿਸ਼ਤੇ ਸਭ ਕੂੜ ਹਨ। ਸ਼ਹਿਨਸ਼ਾਹ ਮੁਲਕ ਦਾ ਬਾਪ ਹੁੰਦਾ ਹੈ ਅਤੇ ਉਹ ਆਪਣੀ ਪ੍ਰਜਾ ਨੂੰ ਆਪਣੀ ਹੀ ਔਲਾਦ ਸਮਝ ਕੇ ਹਕੂਮਤ ਕਰਦਾ ਹੈ। ਜਿਹੜਾ ਬਾਦਸ਼ਾਹ ਇਸ ਖਿਆਲ ਨਾਲ ਹਕੂਮਤ ਉੱਤੇ ਰਾਜ ਨਹੀਂ ਕਰਦਾ, ਉਹ ਬਾਦਸ਼ਾਹ ਅਖਵਾਉਣ ਦਾ ਹੱਕ ਨਹੀਂ ਰੱਖਦਾ। ਆਪ ਮੇਰੇ ਦੇਸ਼ ਦੀ ਮਲਕਾ ਹੋ, ਆਪ ਦਾ ਵੀ ਇਹ ਫਰਜ਼ ਬਣਦਾ ਹੈ ਕਿ ਆਪ ਆਪਣੀ ਸਾਰੀ ਪ੍ਰਜਾ ਨਾਲ ਮਾਂ ਵਾਲਾ ਪਿਆਰ ਕਰੋ ਅਤੇ ਆਪਣਾ ਮਾਂ ਵਾਲਾ ਰਿਸ਼ਤਾ ਸਮਝੋ। ਇਸ ਖਿਆਲ ਨਾਲ ਅਸਾਂ ਆਪਣੀ ਮਲਕਾ ਨੂੰ ਮਾਤਾ ਜੀ ਕਹਿ ਕੇ ਪੁਕਾਰਿਆ ਸੀ। ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੁਸਤਾਖੀ ਜਾਂ ਕੋਈ ਬੁਰੀ ਗੱਲ ਨਹੀਂ। ਮਲਕਾ ਨੂਰ ਜਹਾਨ ਨੇ ਆਪਣੀਆਂ ਅੱਖਾਂ ਨੀਵੀਆਂ ਪਾ ਲਈਆਂ ਅਤੇ ਕੁਝ ਸੋਚਣ ਲੱਗ ਪਈ। ਉਸ ਦਾ ਹਿਰਦਾ ਇੱਕ ਅਨੋਖੇ ਪਿਆਰ ਨਾਲ ਗਦ-ਗਦ ਹੋ ਰਿਹਾ ਸੀ। ਜਿਸ ਤਰ੍ਹਾਂ ਇੱਕ ਠੰਡੇ ਬਰਫਾਨੀ ਸੋਮੇ ਵਿੱਚੋਂ ਸੀਤਲ ਤੇ ਨਿਰਮਲ ਜਲ ਧਾਰਾ ਆਪੇ ਹੀ ਨਿਵਾਣ ਵੱਲ ਵਹਿ ਨਿਕਲਦੀ ਹੈ। ਕਿਸੇ ਨੂੰ ਕਿਸੇ ਪ੍ਰਕਾਰ ਦਾ ਯਤਨ ਕਰਨ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਅਰਸ਼ੀ ਪ੍ਰੀਤਮ ਜੀ ਦੇ ਪਿਆਰ ਨਾਲ ਛਲਕਦੇ ਹੋਏ ਹਿਰਦੇ ਵਿੱਚੋਂ ਇੱਕ ਪਵਿੱਤਰ ਪਿਆਰ ਅੰਮ੍ਰਿਤ ਦੀ ਸੀਤਲ ਧਾਰਾ ਕਲਗੀਆਂ ਵਾਲੇ ਪ੍ਰੀਤਮ ਜੀ ਦੀਆਂ ਨੂਰਾਨੀ ਅੱਖੀਆਂ ਵਿੱਚੋਂ ਅਤੇ ਸ਼ਹਿਦ ਨਾਲੋਂ ਮਿੱਠੇ ਬਚਨਾਂ ਦੁਆਰਾ ਮਲਕਾ ਨੂਰ ਜਹਾਨ ਦੇ ਹਿਰਦੇ ਨੂੰ ਵੀ ਪਵਿੱਤਰ ਕਰਦੀ ਚਲੀ ਜਾ ਰਹੀ ਸੀ। ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲੱਗਾ ਕਿ ਉਹ ਹੁਣ ਦੁਨੀਆ ਵਿੱਚ ਨਹੀਂ ਸੀ, ਸਗੋਂ ਕਿਸੇ ਬਹਿਸ਼ਤ ਜਾਂ ਸਵਰਗ ਵਿੱਚ ਪਹੁੰਚ ਕੇ ਆਪਣੇ ਰਸੂਲ ਅੱਲਾ ਦਾ ਪ੍ਰਤੱਖ ਦੀਦਾਰ ਕਰ ਰਹੀ ਸੀ। ਅੰਤ ਉਸ ਨੇ ਅੱਖਾਂ ਉੱਪਰ ਚੁੱਕੀਆਂ, ਇੱਕ ਵਾਰ ਮੁੜ ਕੇ ਹੁਸਨ ਦੇ ਅਵਤਾਰ ਦਾ ਨੂਰੀ ਦਰਸ਼ਨ ਕੀਤਾ ਅਤੇ ਅੱਖਾਂ ਵਿੱਚ ਹੰਝੂ ਭਰ ਕੇ ਬੋਲੀ,
ਐ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ। ਇਹ ਨਾ ਚੀਜ਼ ਜ਼ਿੰਦਗੀ ਸੱਚਮੁੱਚ ਹੀ ਕਈਆਂ ਭਰਮਾਂ, ਵਹਿਮਾਂ, ਖਾਹਿਸ਼ਾਂ ਅਤੇ ਲਾਲਚਾਂ ਵਿੱਚ ਬਰਬਾਦ ਹੁੰਦੀ ਰਹਿੰਦੀ ਹੈ। ਇਸ ਨੂੰ ਸਿੱਧਾ ਰਾਹ ਦਰਸਾਉਣ ਵਾਲੇ ਰਾਬਰ ਦੀ ਲੋੜ ਹੈ। ਦੁਨਿਆਵੀ ਬਾਦਸ਼ਾਹ ਅਤੇ ਹਾਕਮ ਖੁਦਗਰਜ਼ੀ ਅਤੇ ਲਾਲਚਾਂ ਵਿੱਚ ਫਸੇ ਹੋਏ ਕਈ ਤਰ੍ਹਾਂ ਜ਼ੁਲਮ ਤੋਂ ਅਤਿਆਚਾਰ ਕਰਨ ਲੱਗੇ ਆਪਣੇ ਪਰਵਤਗਾਰ ਨੂੰ ਵੀ ਭੁੱਲ ਜਾਂਦੇ ਹਨ ਅਤੇ ਸਮਝਦੇ ਹਨ ਕਿ ਇਸ ਦੁਨੀਆ ਵਿੱਚ ਅਸੀਂ ਹੀ ਸਭ ਕੁਝ ਹਾਂ। ਆਪ ਨੇ ਅੱਜ ਉਹ ਰੌਸ਼ਨੀ ਦਿਖਾਈ ਹੈ ਕਿ ਮੇਰੇ ਅੰਦਰੋਂ ਹਕੂਮਤ ਦੇ ਨਸ਼ੇ ਦਾ ਹਨੇਰਾ ਅਤੇ ਗੁਰੂਰ ਸਭ ਮਿਟ ਗਿਆ ਹੈ ਅਤੇ ਖੁਦਾ ਦਾ ਖੌਫ ਦਿਲ ਅੰਦਰ ਆ ਵਸਿਆ ਹੈ। ਹੁਣ ਇਸ ਨਾਚੀਜ਼ ਹਸਤੀ ਨੂੰ ਵਾਪਸ ਜਾਣ ਦੀ ਆਗਿਆ ਬਖਸ਼ੋ। ਮੈਂ ਆਈ ਅਤੇ ਆਪਣੇ ਹੁਸਨ ਦੀ ਹਕੂਮਤ ਦਾ ਚਮਤਕਾਰ ਦਿਖਾਉਣ ਸਾਂ ਅਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਕੋਈ ਹੋਰ ਵੀ ਹੁਸਨ ਅਤੇ ਹਕੂਮਤ ਹੈ ਜਿਸ ਦੇ ਸਾਹਮਣੇ ਇਹ ਹੰਕਾਰ ਅਤੇ ਕਈ ਤਰ੍ਹਾਂ ਦੀਆਂ ਸੋਚਾਂ ਫਿਕਰਾਂ ਵਿੱਚ ਘਿਰੀ ਹਕੂਮਤ ਨਾ ਹੋਇਆਂ ਬਰਾਬਰ ਹੈ। ਅੱਜ ਉਸ ਹਕੂਮਤ ਦਾ ਅਤੇ ਸ਼ਹਿਨਸ਼ਾਹ ਦਾ ਪ੍ਰਤੱਖ ਦੀਦਾਰ ਹੋ ਗਿਆ ਹੈ ਅਤੇ ਸਾਰਾ ਗਰੂਰ ਜਾਂਦਾ ਰਿਹਾ ਹੈ। ਹੇ ਮਿਹਰਾਂ ਦੇ ਮਾਲਕ, ਆਪਣੀਆਂ ਮਿਹਰਾਂ ਨਾਲ ਇਸੇ ਤਰ੍ਹਾਂ ਵਰਸਾਉਂਦੇ ਰਹਿਣਾ। ਮਲਕਾ ਨੂਰ ਜਹਾਂ ਨੇ ਮੀਰੀ ਪੀਰੀ ਦੇ ਮਾਲਕ ਨੂਰੀ ਪ੍ਰੀਤਮ ਕੋਲੋਂ ਆਗਿਆ ਲਈ ਅਤੇ ਵਾਪਸ ਆਪਣੇ ਸ਼ਹਿਨਸ਼ਾਹੀ ਅਸਥਾਨ 'ਤੇ ਪਹੁੰਚੀ। ਅੱਗੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਆਪਣੀ ਹੁਸੀਨ ਮਲਕਾ ਦੀ ਉਡੀਕ ਕਰ ਰਹੇ ਸਨ। ਉਹ ਮਲਕਾ ਦਾ ਸ਼ਿੰਗਾਰ ਦੇਖ ਕੇ ਗਦ-ਗਦ ਹੋ ਗਿਆ। ਸੁਥਰਾ ਸ਼ਾਹ ਵੀ ਸ਼ਹਿਨਸ਼ਾਹ ਜਹਾਂਗੀਰ ਦੇ ਪਾਸ ਹੀ ਬੈਠਾ ਸੀ। ਮਲਕਾ ਮੁਸਕਰਾਈ ਅਤੇ ਸਿਰ ਨੀਵਾਂ ਕਰਕੇ ਬੋਲੀ, ਸੁਥਰਾ ਸ਼ਾਹ ਜੀ, ਆਪ ਦੇ ਪਾਤਸ਼ਾਹ ਸੱਚਮੁੱਚ ਹੀ ਦਿਲਾਂ ਦੇ ਪਾਤਸ਼ਾਹ ਹਨ। ਜਿੱਥੇ ਆਪ ਹੁਸਨ ਦੇ ਅਵਤਾਰ ਹਨ, ਬੀਰਤਾ ਦੇ ਅਵਤਾਰ ਹਨ, ਉੱਥੇ ਆਪ ਪਵਿੱਤਰਤਾ ਦੇ ਵੀ ਅਵਤਾਰ ਹਨ, ਜਿਨ੍ਹਾਂ ਦੇ ਸਾਹਮਣੇ ਦੁਨਿਆਵੀ ਅਤੇ ਹਕੂਮਤ ਇੱਕ ਤੁੱਛ ਚੀਜ਼ ਹੈ। ਸੱਚਮੁੱਚ ਹੀ ਰੱਬ ਦੇ ਪਿਆਰੇ ਆਪਣੇ ਮਾਲਕ ਤੋਂ ਬਿਨਾਂ ਹੋਰ ਕਿਸੇ ਚੀਜ਼ ਵੱਲ ਨਹੀਂ ਕਰਦੇ। ਇਸ ਵਿੱਚ ਸ਼ੱਕ ਨਹੀਂ ਕਿ ਹਜ਼ੂਰ ਨੇ ਸਾਡਾ ਬੜਾ ਸਤਿਕਾਰ ਕੀਤਾ, ਸਾਨੂੰ ਸੱਚਾ ਅਤੇ ਸੁੱਚਾ ਪਿਆਰ ਦਿੱਤਾ ਅਤੇ ਹੋਰ ਆਪਣੇ ਪਿਆਰ ਨਾਲ ਸਾਡੇ ਹਿਰਦੇ ਦਾ ਗੁਰੂਰ ਸਾਫ਼ ਕਰਕੇ ਸਾਰੇ ਵਹਿਮ ਦੂਰ ਕਰ ਦਿੱਤੇ। ਆਪ ਸੱਚਮੁੱਚ ਹੀ ਦਿਲਾਂ ਦੇ ਬਾਦਸ਼ਾਹ ਹਨ ਅਤੇ ਬਿਨਾਂ ਕਿਸੇ ਜਾਤ ਪਾਤ ਜਾਂ ਮਜ਼ਹਬ ਦੇ ਵਿਤਕਰੇ ਦੇ ਆਪ ਅੱਲਾ ਵਾਂਗ ਹੀ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦੇ ਹਨ। ਉਹ ਲੋਕ ਜਿਨ੍ਹਾਂ ਨੇ ਹਜ਼ੂਰ ਦੀ ਹਸਤੀ ਨੂੰ ਨਹੀਂ ਪਹਿਚਾਣਿਆ, ਉਹ ਭਾਵੇਂ ਆਪ ਨੂੰ ਆਮ ਇਨਸਾਨਾਂ ਵਿੱਚੋਂ ਇੱਕ ਇਨਸਾਨ ਜਾਂ ਫਰਿਸ਼ਤਿਆਂ ਵਿੱਚੋਂ ਇੱਕ ਫਰਿਸ਼ਤਾ ਸਮਝਦੇ ਹੋਣ, ਪਰ ਜਦੋਂ ਉਹਨਾਂ ਨੇ ਇਸ ਨਾਚੀਜ਼ ਉੱਤੇ ਮੇਰ ਦੀ ਨਜ਼ਰ ਕੀਤੀ, ਭਰਮਾਂ ਅਤੇ ਵਹਿਮਾਂ ਦੇ ਸਭ ਪਰਦੇ ਹਟ ਗਏ ਅਤੇ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਵੇਂ ਅਸੀਂ ਦਰਗਾਹ ਵਿੱਚ ਰਸੂਲ ਅੱਲਾ ਦੀ ਹਜ਼ੂਰੀ ਵਿੱਚ ਬੈਠੇ ਹਾਂ। ਦਿਲ ਕੀਤਾ ਅਸੀਂ ਹਜ਼ੂਰ ਦੇ ਕਦਮਾਂ ਨੂੰ ਚੁੰਮ ਲਈਏ, ਪਰ ਹਜ਼ੂਰ ਨੇ ਮਾਤਾ ਜੀ ਕਹਿ ਕੇ ਸਾਨੂੰ ਇੱਕ ਉਹ ਇੱਜ਼ਤ ਬਖਸ਼ੀ ਜੋ ਸਾਨੂੰ ਅੱਜ ਤੱਕ ਨਸੀਬ ਨਹੀਂ ਸੀ ਹੋਈ। ਆਪ ਨੇ ਇਸ਼ਾਰੇ ਨਾਲ ਸਮਝਾਇਆ ਕਿ ਔਰਤ ਜਹਾਨ ਦੀ ਮਾਂ ਹੈ। ਮਾਂ ਦਾ ਫਰਜ਼ ਨਹੀਂ ਕਿ ਉਹ ਕਿਸੇ ਦੇ ਕਦਮਾਂ ਉੱਤੇ ਡਿੱਗੇ ਜਾਂ ਕਿਸੇ ਦੇ ਚਰਨ ਚੁੰਮੇ। ਅਜੇ ਮਲਕਾ ਇਹ ਗੱਲਾਂ ਕਰ ਹੀ ਰਹੀ ਸੀ ਕਿ ਸ਼ਹਿਨਸ਼ਾਹ ਜਹਾਂਗੀਰ ਨੂੰ ਆਪਣੀ ਪਿਆਰੀ ਮਲਕਾ ਨੂਰ ਜਹਾਂ ਦੇ ਚਿਹਰੇ ਉੱਤੇ ਹੁਸਨ ਦੀ ਇੱਕ ਅਨੋਖੀ ਝਲਕ ਪ੍ਰਤੀਤ ਹੋਈ ਅਤੇ ਉਹਨਾਂ ਦੇ ਮੂੰਹੋਂ ਨਿਕਲਿਆ, ਬੇਸ਼ੱਕ ਅੱਲਾ ਦੇ ਬੰਦੇ ਅੱਲਾ ਦਾ ਹੀ ਰੂਪ ਹੁੰਦੇ ਹਨ। ਇਹ ਹੁਸਨ, ਇਹ ਸ਼ਿੰਗਾਰ, ਇਹ ਨੂਰਾਨੀ ਝਲਕ ਦੇਖ ਕੇ ਕਿਸ ਦਾ ਦਿਲ ਨਹੀਂ ਡੋਲ ਜਾਂਦਾ। ਅੱਜ ਹਜ਼ੂਰ ਦੇ ਇਹਨਾਂ ਸ਼ਬਦਾਂ ਨੇ ਸਾਡੇ ਵੀ ਸਾਰੇ ਭਰਮ ਦੂਰ ਕਰ ਦਿੱਤੇ। ਮਲਕਾ ਨੂਰ ਜਹਾਂ ਹੁਣ ਕਿਸੇ ਖਿਆਲ ਵਿੱਚ ਮਗਨ ਸੀ। ਸੁਥਰਾ ਸ਼ਾਹ ਉੱਠਿਆ ਅਤੇ ਹਰਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ ਕਹਿ ਕੇ ਆਪਣੀ ਮੌਜ ਵਿੱਚ ਜਹਾਂਗੀਰ ਪਾਸੋਂ ਆਗਿਆ ਲਏ ਬਿਨਾਂ ਹੀ ਬਾਹਰ ਨਿਕਲ ਆਇਆ। ਇਹ ਦੇਖ ਕੇ ਮਲਕਾ ਦੇ ਮੂੰਹੋਂ ਨਿਕਲਿਆ, ਇਹ ਫਕੀਰ ਬੇਪਰਵਾਹ ਹੁੰਦੇ ਨੇ, ਆਪਣੀ ਮੌਜ ਦੇ ਮਾਲਕ ਹੁੰਦੇ ਨੇ। ਸਾਨੂੰ ਤਾਂ ਅੱਜ ਇਸ ਤਰ੍ਹਾਂ ਦਾ ਸਰੂਰ ਆ ਰਿਹਾ ਹੈ ਕਿ ਇਹੋ ਜਿਹਾ ਆਨੰਦ ਇਸ ਜ਼ਿੰਦਗੀ ਵਿੱਚ ਪਹਿਲੇ ਕਦੇ ਵੀ ਨਸੀਬ ਨਹੀਂ ਹੋਇਆ।
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਅਤੇ ਹਿੰਦੁਸਤਾਨ ਦੀ ਮਲਕਾ ਜਿਹੜੀ ਨੂਰ ਜਹਾਂ ਸੀ, ਜਿਹਨੂੰ ਆਪਣੇ ਹੁਸਨ ਦੇ ਉੱਤੇ ਬੜਾ ਗਰੂਰ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਮਝਾਇਆ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਸੁਣਾਇਆ, ਉਹਨਾਂ ਦਾ ਸ਼ਲੋਕ ਸੁਣਾਇਆ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਕਥਾ ਕਾਫੀ ਡਿਟੇਲ 'ਚ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਆਈ ਹੈ। ਤੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।